ਗੁਰੂ ਦੀਆ ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਹਮ ਅਗਮ ਅਗੋਚਰ, ਸਚ ਸਾਹਿਬ ਮੇਰਾ। ਨਾਨਕ ਬੋਲੇ ਬੁਲਾਇਆ ਤੇਰਾ। ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹਉ ਕਰੀ ਬਖਿਆਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਸਾ ਬਾਣੀ ਸ੍ਰੀ ਨਾਮਦੇਵ ਜੀ ਕੀ। ਏਕ ਅਨੇਕ ਵਿਆਪਕ ਪੂਰਕ, ਜਤ ਦੇਖੋ ਤਤ ਸੋਈ। ਮਾਇਆ ਚਿੱਤਰ ਵਿਚਿੱਤਰ ਬਿਮੋਹਤ, ਬਿਰਲਾ ਬੂਝੈ ਕੋਈ। ਸਭ ਗੋਬਿੰਦ ਹੈ ਸਭ ਗੋਬਿੰਦ ਹੈ, ਗੋਬਿੰਦ ਬਿਨਿ ਕੋਈ। ਸੂਤ ਏਕ ਮਨ ਸਤ ਸਹੰਸ, ਜੈਸੇ ਓਤ ਪੋਤ ਪ੍ਰਭ ਸੋਈ। ਰਹਾਓ ਜਲ ਤਰੰਗ ਅਰ ਫੇਨ ਬੁਧ ਬੁਧਾ, ਜਲ ਤੇ ਭਿੰਨ ਨ ਹੋਈ। ਇਹ ਪਰਪੰਚ ਪਾਰ ਬ੍ਰਹਮ ਕੀ ਲੀਲਾ, ਵਿਚਰਤ ਆਣ ਨ ਹੋਈ। ਮਿਥਿਆ ਭਰਮ ਅਰ ਸੁਪਨ ਮਨੋਰਥ, ਸਤ ਪਦਾਰਥ ਜਾਣਿਆ। ਸੁਕ੍ਰਿਤ ਮਨਸਾ ਗੁਰ ਉਪਦੇਸੀ, ਜਾਗਤ ਹੀ ਮਨ ਮਾਨਿਆ। ਕਹਿਤ ਨਾਮਦੇਵ ਹਰਿ ਕੀ ਰਚਨਾ, ਦੇਖੋ ਹਿਰਦੈ ਵਿਚਾਰੀ। ਘਟ ਘਟ ਅੰਤਰ ਸਰਬ ਨਿਰੰਤਰ, ਕੇਵਲ ਏਕ ਮੁਰਾਰੀ। ਕਹਿਤ ਨਾਮਦੇਵ ਹਰਿ ਕੀ ਰਚਨਾ, ਦੇਖੋ ਹਿਰਦੈ ਵਿਚਾਰੀ। ਘਾਟ ਘਾਟ ਅੰਤਰ ਸਰਬ ਨਿਰੰਤਰ, ਕੇਵਲ ਏਕ ਮੁਰਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਗੁਰਬਾਣੀ ਦੀ ਪਾਵਨ ਕਥਾ ਲੜੀਵਾਰ ਜੋ ਆਪ ਸਰਵਣ ਕਰਦੇ ਹੋ, ਤੇ ਦੇ ਤਹਿਤ ਭਗਤਾਂ ਦੀ ਬਾਣੀ ਵਿੱਚੋਂ ਇਸ ਸਮੇਂ ਆਸਾ ਰਾਗ ਦੇ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ ਦੀ ਸ਼ੁਰੂਆਤ ਹੋ ਰਹੀ ਹੈ। ਇਸ ਤੋਂ ਪਹਿਲਾਂ ਭਗਤ ਕਬੀਰ ਸਾਹਿਬ ਜੀ ਦੀ ਪਾਵਨ ਬਾਣੀ ਦੇ 37 ਸ਼ਬਦ ਆ ਚੁੱਕੇ ਹਨ। ਇਸ ਤੋਂ ਅੱਗੇ ਭਗਤ ਨਾਮਦੇਵ ਜੀ ਦੀ ਪਾਵਨ ਬਾਣੀ ਦੀ ਆਰੰਭਤਾ ਹੋ ਰਹੀ ਹੈ। ਪਾਵਨ ਸ਼ਬਦ ਜੋ ਵਿਚਾਰ ਅਧੀਨ ਹੈ, ਇਹ ਭਗਤ ਨਾਮਦੇਵ ਜੀ ਦਾ ਉਚਾਰਨ ਕੀਤਾ ਹੋਇਆ ਆਸਾ ਰਾਗ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 485 ਤੇ ਸ਼ਬਦ ਸੁਭਾਏਮਾਨ ਹੈ। ਇਸ ਪਾਵਨ ਸ਼ਬਦ ਦੇ ਵਿੱਚ ਭਗਤ ਨਾਮਦੇਵ ਜੀ ਜੋ ਉਪਦੇਸ਼ ਕਰ ਰਹੇ ਹਨ, ਰਹਾਉ ਦਾ ਬੰਦ ਹੈ। ਸਭ ਗੋਬਿੰਦ ਹੈ ਸਭ ਗੋਬਿੰਦ ਹੈ, ਗੋਬਿੰਦ ਬਿਨਿ ਕੋਈ। ਸੂਤ ਏਕ ਮਨ ਸਤ ਸਹੰਸ, ਜੈਸੇ ਓਤ ਪੋਤ ਪ੍ਰਭ ਸੋਈ। ਕਿ ਸਾਰੇ ਪਾਸੇ ਉਹ ਵਾਹਿਗੁਰੂ ਆਪ ਹੈ, ਸਾਰੇ ਪਾਸੇ ਉਹ ਆਪ ਹੈ। ਉਸ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਨਹੀਂ ਹੈ। ਸਾਰੇ ਜੀਵ ਉਹਦੇ ਇਸ ਤਰ੍ਹਾਂ ਹਨ ਜਿਵੇਂ ਕੀਮਤੀ ਹੀਰੇ ਮੋਤੀ ਹੁੰਦੇ ਹਨ।
ਤੇ ਸਾਰਿਆਂ ਵਿੱਚ ਵਾਹਿਗੁਰੂ ਇਸ ਤਰ੍ਹਾਂ ਹੈ ਜਿਵੇਂ ਭਾਵੇਂ ਹਜ਼ਾਰਾਂ ਸੈਂਕੜੇ ਮਣਕੇ ਹੋਣ, ਮੋਤੀ ਹੋਣ, ਉਹਨਾਂ ਦੇ ਵਿੱਚ ਇੱਕ ਧਾਗਾ ਪਾਇਆ ਹੋਵੇ, ਇੱਕ ਧਾਗੇ ਵਿੱਚ ਸਾਰੇ ਪਰੋਤੇ ਹੋਣ। ਧਾਗਾ ਇੱਕ ਹੈ ਪਰ ਉਹਦੇ ਵਿੱਚ ਹਜ਼ਾਰਾਂ ਸੈਂਕੜੇ ਮੋਤੀ ਪਰੋਏ ਹਨ। ਇਸੇ ਤਰ੍ਹਾਂ ਵਾਹਿਗੁਰੂ ਦੀ ਇੱਕੋ ਜੋਤ ਸਾਰਿਆਂ ਦੇ ਵਿੱਚ ਵਿਰਾਜਮਾਨ ਹੈ। ਸਾਰੇ ਹੀ ਜੀਵ ਬੜੇ ਅਮੋਲਕ ਹਨ, ਕੀਮਤੀ ਹਨ। ਪਰਮਾਤਮਾ ਨੇ ਜੋ ਕੁਝ ਵੀ ਬਣਾਇਆ ਹੈ ਸਾਰਾ ਕੀਮਤੀ ਹੀ ਬਣਾਇਆ ਹੈ। ਇਹ ਗੱਲ ਵੱਖਰੀ ਹੈ ਕਿ ਸਾਨੂੰ ਕੇਵਲ ਆਪਣਾ ਆਪ ਚੰਗਾ ਲੱਗਦਾ ਹੈ, ਦੂਜਿਆਂ ਨੂੰ ਅਸੀਂ ਇਸ ਤਰ੍ਹਾਂ ਸਮਝੇ ਹਾਂ ਜਿਵੇਂ ਗੁਰਬਾਣੀ ਵਿੱਚ ਬਚਨ ਆਇਆ ਹੈ, ਆਪਸ ਕੋ ਦੀਰਘ ਕਰ ਜਾਣੈ ਔਰਨ ਕੋ ਲਗ ਮਾਤ। ਅਗਿਆਨਤਾ ਹੋਣ ਕਰਕੇ ਮਨੁੱਖ ਆਪਣੇ ਆਪ ਨੂੰ ਦੀਰਘ ਮੰਨਦਾ ਹੈ, ਵੱਡਾ ਮੰਨਦਾ ਹੈ ਵੀ ਮੇਰੇ ਵਰਗਾ ਕੋਈ ਹੋਰ ਹੈ ਹੀ ਨਹੀਂ, ਤੇ ਹੋਰਾਂ ਨੂੰ ਲਗਾ ਮਾਤਰਾ ਸਮਝਦਾ ਹੈ, ਭਾਵ ਛੋਟੇ ਸਮਝਦਾ ਹੈ। ਜਦੋਂ ਕੋਈ ਵਾਹਿਗੁਰੂ ਦੇ ਵਿੱਚ ਅਭੇਦ ਹੋ ਗਿਆ ਤਾਂ ਪਤਾ ਲੱਗ ਜਾਂਦਾ ਹੈ ਸਭ ਮੈਂ ਜੋਤ ਜੋਤ ਹੈ ਸੋਏ। ਸਾਰਿਆਂ ਵਿੱਚ ਇੱਕੋ ਜਿੰਨੀ ਜੋਤ ਹੈ। ਜਿਵੇਂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਫਰਮਾਨ ਕਰਦੇ ਨੇ, ਜੀਵੀ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਵਾਹਿਗੁਰੂ ਪਰਮਾਤਮਾ ਸਾਰੇ ਪਾਸੇ ਵਰਤ ਰਿਹਾ ਹੈ, ਸਾਰੇ ਪਾਸੇ ਉਹ ਆਪ ਹੀ ਬੋਲ ਰਿਹਾ ਹੈ, ਪਰ ਸਾਨੂੰ ਦਿਖਾਈ ਕਿਉਂ ਨਹੀਂ ਦਿੰਦਾ, ਸਾਨੂੰ ਸੁਣਾਈ ਕਿਉਂ ਨਹੀਂ ਦਿੰਦਾ। ਤੇ ਭਗਤ ਨਾਮਦੇਵ ਜੀ ਕਹਿੰਦੇ ਮਨੁੱਖ ਉਹਦੀ ਬਣਾਈ ਹੋਈ ਮਾਇਆ ਵਿੱਚ ਜੁੜ ਗਿਆ, ਇਸ ਕਰਕੇ ਇਹਨੂੰ ਹੁਣ ਰੱਬ ਦਿਖਾਈ ਨਹੀਂ ਦੇ ਰਿਹਾ। ਮਾਇਆ ਦੇ ਚਿੱਤਰਾਂ ਵਿੱਚ, ਕਿਉਂਕਿ ਸਾਰਾ ਸੰਸਾਰ ਵਾਹਿਗੁਰੂ ਨੇ ਮਾਇਆ ਦੁਆਰਾ ਚਿਤਰਿਆ ਹੈ, ਇਹਨਾਂ ਦੇ ਵਿੱਚ ਭਟਕ ਗਿਆ, ਭਰਮ ਗਿਆ, ਇਸ ਕਰਕੇ ਵਾਹਿਗੁਰੂ ਦਿਖਾਈ ਨਹੀਂ ਦਿੰਦਾ। ਜਿਹੜਾ ਸਿਆਣਾ ਬੰਦਾ ਹੈ ਨਾ, ਤੁਸੀਂ ਵੇਖੋ ਜਿਵੇਂ ਕੋਈ ਮੁਸੱਵਰ ਮੂਰਤੀਆਂ ਘੜਦਾ ਹੈ, ਕੋਈ ਚਿੱਤਰਕਾਰ ਚਿੱਤਰ ਬਣਾਉਂਦਾ ਹੈ, ਸਿਆਣਾ ਬੰਦਾ ਮੂਰਤੀ ਤੇ ਲੁਭਾਏਮਾਨ ਨਹੀਂ ਹੁੰਦਾ, ਸਿਆਣਾ ਬੰਦਾ ਤਸਵੀਰਾਂ ਤੇ ਲੁਭਾਏਮਾਨ ਨਹੀਂ ਹੁੰਦਾ। ਉਹ ਕਹਿੰਦਾ ਉਸ ਬੰਦੇ ਤੋਂ ਸਦਕੇ ਜਾਈਏ ਜਿਹਨੇ ਕੀਮਤੀ ਮੂਰਤੀਆਂ ਆਪਣੇ ਹੱਥਾਂ ਨਾਲ ਘੜੀਆਂ ਨੇ, ਉਸ ਮੁਸੱਵਰ ਤੋਂ ਸਦਕੇ ਜਾਈਏ, ਉਸ ਚਿੱਤਰਕਾਰ ਤੋਂ ਸਦਕੇ ਜਾਈਏ ਜਿਹਨੇ ਇਹ ਸੋਹਣੇ ਚਿੱਤਰ ਚਿੱਤਰੇ ਹਨ। ਪਰ ਸਾਡਾ ਆਮ ਮਨੁੱਖ ਦਾ ਕੀ ਹੈ, ਜਿਹੜਾ ਉਹ ਤਸਵੀਰ ਨੂੰ ਵੇਖ ਕੇ ਖੁਸ਼ ਹੁੰਦਾ ਹੈ ਤੇ ਤਸਵੀਰ ਵਾਲਾ ਜਿਹਨੇ ਬਣਾਈ ਹੈ ਉਹਨੂੰ ਜਾਣਨ ਦਾ ਯਤਨ ਨਹੀਂ ਕਰਦਾ। ਮੂਰਤੀ ਨੂੰ ਵੇਖ ਕੇ ਬੜਾ ਖੁਸ਼ ਹੋਇਆ, ਖਰੀਦੀ, ਘਰ ਲੈ ਆਇਆ, ਪਰ ਜਿਸ ਮੂਰਤੀ ਘੜਨ ਵਾਲੇ ਨੇ ਮੂਰਤੀ ਘੜੀ ਹੈ ਉਹਨੂੰ ਜਾਣੇ ਨਹੀਂ ਵੀ ਉਹ ਕਿੱਥੇ ਰਹਿੰਦਾ, ਉਹਦਾ ਨਾਂ ਪਤਾ ਕੀ ਹੈ। ਇਸੇ ਤਰ੍ਹਾਂ ਆਪਾਂ ਵਾਹਿਗੁਰੂ ਪਰਮਾਤਮਾ ਨੇ ਆਪਾਂ ਨੂੰ ਪਰਿਵਾਰ ਦਿੱਤਾ, ਉਹ ਵੀ ਸੋਹਣਾ ਲੱਗਦਾ ਹੈ, ਘਰ ਦਿੱਤਾ ਉਹ ਵੀ ਸੋਹਣਾ ਲੱਗਦਾ ਹੈ, ਸਾਨੂੰ ਇਹ ਸਰੀਰ ਦਿੱਤਾ, ਸਾਰਾ ਕੁਝ ਦਿੱਤਾ ਵਾਹਿਗੁਰੂ ਨੇ, ਉਹ ਸਾਨੂੰ ਸੋਹਣਾ ਲੱਚਾ ਲੱਗਦਾ ਹੈ। ਪਰ ਜਿਸ ਵਾਹਿਗੁਰੂ ਨੇ ਸਾਰਾ ਕੁਝ ਬਣਾਇਆ ਹੈ, ਦਿੱਤਾ ਹੈ, ਉਹ ਸਾਨੂੰ ਯਾਦ ਹੀ ਨਹੀਂ ਹੈ। ਗੁਰਬਾਣੀ ਵਿੱਚ ਇੱਕ ਮਹਾਰਾਜ ਬਚਨ ਕਹਿੰਦੇ ਨੇ, ਆਪਾਂ ਕਹਿੰਦੇ ਬੰਦਾ ਮਨਮੁਖ ਹੈ। ਮਨਮੁਖ ਕਿਹਨੂੰ ਕਿਹਾ ਹੈ? ਦੇਂਦੇ ਨਾਲੋਂ ਦਿੱਤਾ ਚੰਗਿਆ, ਮਨਮੁਖ ਐਸਾ ਜਾਣੀਏ। ਦੇਣ ਵਾਲੇ ਦਾਤੇ ਨਾਲੋਂ ਉਹਦੀ ਦਾਤ ਨੂੰ ਤਾਂ ਚੰਗਾ ਸਮਝ ਲਿਆ, ਦਾਤੇ ਨੂੰ ਜਾਣਿਆ ਹੀ ਨਹੀਂ, ਉਹਨੂੰ ਮਨਮੁਖ ਕਿਹਾ ਗਿਆ ਹੈ।
ਦੇਂਦੇ ਥਾਵੋਂ ਦਿੱਤਾ ਚੰਗਾ, ਮਨਮੁਖ ਐਸਾ ਜਾਣੀਐ। ਦੇਣ ਵਾਲੇ ਨਾਲੋਂ ਉਹਦਾ ਦਿੱਤਾ ਹੋਇਆ ਚੰਗਾ ਲੱਗਾ, ਪਰ ਉਸ ਵਾਹਿਗੁਰੂ ਨੂੰ ਜਾਣਿਆ ਹੀ ਨਹੀਂ, ਉਹਦੀ ਕਦਰ ਹੀ ਨਹੀਂ ਕੀਤੀ। ਉਹਨੂੰ ਕਿਹਾ ਗਿਆ ਮਨਮੁਖ, ਵੀ ਇਹ ਤਾਂ ਮਨਮੁਖ ਬੰਦਾ, ਇਹਨੇ ਸਾਰ ਨਹੀਂ ਜਾਣੀ। ਤੋ ਕਾਰਨ ਕੀ ਹੈ ਕਿ ਪਰਮਾਤਮਾ ਤਾਂ ਮਹਾਰਾਜ ਕਹਿੰਦੇ ਜਲ ਥਲ ਹਰ ਪਾਸੇ ਹੈ, ਹਰ ਸਮੇਂ ਵਰਤ ਰਿਹਾ ਹੈ। ਜੀਵ ਨੂੰ ਦਿਖਾਈ ਕਿਉਂ ਨਹੀਂ ਦਿੰਦਾ? ਕਿਉਂਕਿ ਜੀਵ ਮਾਇਆ ਧਾਰੀ, ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬੋ ਰੋਲ ਕਝੋਲਾ। ਮਾਇਆ ਦੇ ਪਿੱਛੇ ਲੱਗ ਕੇ ਜੀਵ ਵਾਹਿਗੁਰੂ ਨੂੰ ਭੁੱਲ ਗਿਆ, ਅੰਨਾ ਤੇ ਬੋਲਾ ਹੋ ਗਿਆ। ਅਜੇ ਅੰਨਾ ਮਨੁੱਖ ਹੋਵੇ ਨਾ ਤਾਂ ਵੀ ਗੱਲ ਚੱਲ ਜਾਂਦੀ ਹੈ। ਅੰਨੇ ਮਨੁੱਖ ਨੂੰ ਦਿਖਾਈ ਨਹੀਂ ਦੇ ਰਿਹਾ, ਉਹਨੂੰ ਤੁਸੀਂ ਆਵਾਜ਼ ਮਾਰੋ ਬਈ ਇੱਧਰ ਸਾਡੇ ਵੱਲ ਆ ਜਾਓ, ਸਾਹਮਣੇ ਟੋਆ ਹੈ ਜਾਂ ਕੁਝ ਨੁਕਸਾਨ ਵਾਲੀ ਚੀਜ਼, ਉੱਧਰ ਨਾ ਜਾਈਂ ਜੇ। ਉਹ ਆਵਾਜ਼ ਸੁਣ ਕੇ ਉੱਧਰ ਨੂੰ ਆ ਜਾਂਦਾ ਹੈ। ਪਰ ਸਤਿਗੁਰੂ ਕਹਿੰਦੇ ਇਹ ਤਾਂ ਬੋਲਾ ਵੀ ਹੈ ਨਾਲ। ਤੇ ਭਾਈ ਗੁਰਦਾਸ ਜੀ ਲਿਖਦੇ ਨੇ, ਬੋਲੇ ਅੱਗੇ ਗਾਵੀਐ ਭੈਰੋ ਸੋ ਗੋੜੀ। ਬੋਲੇ ਮਨੁੱਖ ਦੇ ਅੱਗੇ ਭਾਵੇਂ ਭੈਰੋ ਰਾਗ ਗਾਓ ਤਾਨਾ ਲਾ ਲਾ ਕੇ, ਭਾਵੇਂ ਗੌੜੀ ਰਾਗ ਗਾਵੋ, ਉਹਨੂੰ ਕੋਈ ਸਾਰ ਨਹੀਂ ਹੈ। ਉਹਨੂੰ ਕੀ ਕਦਰ, ਕਿਉਂਕਿ ਉਹਨੂੰ ਤੇ ਪਤਾ ਹੀ ਨਹੀਂ ਲੱਗਾ ਵੀ ਕੀ ਗਾਇਆ ਹੈ, ਕੀ ਬੋਲਿਆ ਹੈ। ਮਨੁੱਖ ਦੇ ਅੰਦਰ ਇਹ ਦੋ ਵੱਡੇ ਔਗਣ ਨੇ, ਅੰਨਾ ਹੈ ਔਰ ਬੋਲਾ ਹੈ। ਬੋਲਾ ਮਨੁੱਖ ਸੰਸਾਰ ਵਿੱਚ ਕੋਈ ਬਹੁਤ ਵੱਡੀ ਤਰੱਕੀ ਨਹੀਂ ਕਰ ਸਕਦਾ। ਗੂੰਗਾ ਤੇ ਬੋਲਾ ਮਨੁੱਖ। ਅਜੇ ਜਿਹੜਾ ਮਨੁੱਖ ਅੰਨਾ ਹੈ ਉਹਨੂੰ ਤੁਸੀਂ ਦੇਖ ਸਕਦੇ ਹੋ ਵੀ ਉਹ ਬਹੁਤ ਵੱਡੀਆਂ ਤਰੱਕੀਆਂ ਕਈ ਰੂਪਾਂ ਦੇ ਵਿੱਚ ਉਹਨੇ ਕੀਤੀਆਂ ਹਨ। ਤੇ ਜੀਵ ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬੋ ਰੋਲ ਘਚੋਲਾ। ਇਹਨੂੰ ਸ਼ਬਦ ਵਾਹਿਗੁਰੂ ਦਾ ਸੁਣਾਈ ਨਹੀਂ ਦਿੰਦਾ। ਰੋਲ ਘਚੋਲਾ ਭਾਵ ਇਹਦੇ ਅੰਦਰ ਬੜਾ ਹਰ ਸਮੇਂ ਮਾਇਆ ਦਾ ਸ਼ੋਰ ਰੋਲਾ ਪੈ ਰਿਹਾ, ਹਰ ਸਮੇਂ ਘਚੋਲ ਵੱਜਿਆ ਹੋਇਆ ਹੈ। ਇੱਕ ਆਵਾਜ਼ ਨਹੀਂ, ਕਈ ਕਈ ਆਵਾਜ਼ਾਂ ਉੱਠ ਰਹੀਆਂ ਨੇ। ਜਦੋਂ ਕਈ ਬੰਦੇ ਬੋਲਦੇ ਹੋਣ ਤੇ ਗੱਲ ਕੀ ਹੈ ਪਤਾ ਨਹੀਂ ਲੱਗਦਾ। ਕੋਈ ਗੱਲ ਹੋ ਰਹੀ ਹੋਵੇ, ਸਾਰੇ ਬੰਦੇ ਕਹਿਣ ਲੱਗ ਜਾਣ ਕੋਈ ਕੁਝ ਕੋਈ ਕੁਝ, ਤੇ ਆਪਾਂ ਕਹਾਂਗੇ ਭਾਈ ਇੱਕ ਬੰਦਾ ਬੋਲੇ, ਪਤਾ ਲੱਗੇ ਗੱਲ ਹੈ ਕੀ। ਜੇ ਸਾਰੇ ਬੋਲੀ ਜਾਣ ਪਤਾ ਨਹੀਂ ਲੱਗੇਗਾ। ਤੋ ਮਨੁੱਖ ਦੇ ਅੰਦਰ ਦੀ ਅਵਸਥਾ, ਇਹਦੇ ਅੰਦਰ ਬੜਾ ਸ਼ੋਰ ਹੋ ਰਿਹਾ ਹੈ ਮਾਇਕ ਫੁਰਨਿਆਂ ਦਾ। ਕਦੇ ਸਾਰੇ ਫੁਰਨੇ ਬੋਲੀ ਜਾਂਦੇ ਨੇ, ਕਦੇ ਕੁਝ ਕਦੇ ਕੁਝ ਕਦੇ ਕੁਝ। ਇਸ ਕਰਕੇ ਇਹਨੂੰ ਸਾਡੇ ਸ਼ਬਦ ਵੀ ਸਾਡੇ ਅੰਦਰ ਹੀ ਵੱਜ ਰਿਹਾ ਅਨਾਹਦ ਨਾਦ, ਪਰ ਸਾਡੇ ਅੰਦਰ ਵੱਜਦਾ ਹੋਇਆ ਅਨਾਹਦ ਨਾਦ ਸਾਨੂੰ ਸੁਣਾਈ ਨਹੀਂ ਦੇ ਰਿਹਾ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਕੋਲ ਕੁਝ ਸਰੀਰ ਆਏ ਤੇ ਉਹਨਾਂ ਨੇ ਬੇਨਤੀ ਕੀਤੀ ਸੀ। ਮਹਾਰਾਜ ਜਗਿਆਸੂ ਸੀ, ਜਾਣਨ ਦੀ ਇੱਛਾਵਾਨ ਸਨ, ਅੰਦਰ ਦੇ ਖੋਜੀ ਸਨ, ਚਾਹੁੰਦੇ ਸਨ ਰੱਬ ਦਾ ਮਿਲਾਪ ਹੋਵੇ। ਤੇ ਆਪਣੀ ਸਮੱਸਿਆ ਮਹਾਰਾਜ ਜੀ ਦੇ ਕੋਲ ਆ ਕੇ ਰੱਖੀ। ਸੱਚੇ ਪਾਤਸ਼ਾਹ ਕਿਰਪਾ ਕਰੋ। ਪਹਿਲਾਂ ਵੀ ਸਿੱਖ ਰੱਖਦੇ ਸਨ, ਜਦੋਂ ਸਰੀਰਕ ਜਾਮੇ ਵਿੱਚ ਗੁਰੂ ਪਾਤਸ਼ਾਹ ਜੀ ਵਰਤਦੇ ਸਨ। ਹੁਣ ਵੀ ਜਿਹੜੇ ਜਗਿਆਸੂ ਸਿੱਖ ਜਾਣਨ ਦੀ ਇੱਛਾ ਰੱਖਦੇ ਨੇ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੋਲ ਆ ਕੇ ਬੇਨਤੀ ਕਰਦੇ ਨੇ, ਅਰਦਾਸ ਕਰਦੇ ਨੇ, ਮਹਾਰਾਜ ਸਾਨੂੰ ਇਹ ਚੀਜ਼ ਦੀ ਸਮਝ ਨਹੀਂ ਪੈ ਰਹੀ। ਆਪਾਂ ਕਦੀ ਅਰਦਾਸ ਕੀਤੀ ਹੈ? ਉਹ ਕਰਦੇ ਨੇ ਅਰਦਾਸ। ਤੁਸੀਂ ਜੇ ਕਿਸੇ ਵੀ ਤਰ੍ਹਾਂ ਦਾ ਤੁਹਾਡੇ ਮਨ ਵਿੱਚ ਸ਼ੰਕਾ ਹੈ, ਸਵਾਲ ਹੈ, ਉਹ ਅਰਦਾਸ ਕਰਕੇ ਗੁਰੂ ਮਹਾਰਾਜ ਜੀ ਦਾ ਹੁਕਮਨਾਮਾ ਲੈਣਾ। ਮਹਾਰਾਜ ਤੁਹਾਡੇ ਸਵਾਲ ਦਾ ਜਵਾਬ ਦੇਣਗੇ। ਹਰ ਇੱਕ ਸਵਾਲ ਦੀ ਸਮੱਸਿਆ ਮਹਾਰਾਜ ਤੁਹਾਡੀ ਹੱਲ ਕਰਨਗੇ। ਜਦੋਂ ਆਪਾਂ ਅਰਦਾਸ ਕਰਕੇ ਕਹਾਂਗੇ ਮਹਾਰਾਜ ਮੈਨੂੰ ਇਹ ਸਮੱਸਿਆ ਹੈ, ਮੈਨੂੰ ਇਹ ਚੀਜ਼ ਦੀ ਸਮਝ ਨਹੀਂ ਆ ਰਹੀ, ਤੇ ਕਿਰਪਾ ਕਰੋ, ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਇਸੇ ਤਰ੍ਹਾਂ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਕੋਲ ਆ ਕੇ ਬੇਨਤੀ ਕੀਤੀ।
ਤੇ ਮਹਾਰਾਜ ਆਪਣੀ ਬਾਣੀ ਵਿੱਚ ਉਸ ਬਾਬਤ ਫਰਮਾਨ ਕਰਦੇ ਨੇ, ਦਿਸੈ ਸੁਣੀਐ ਜਾਣੀਐ ਸੁਆਉ ਨਾ ਪਾਇਆ ਜਾਏ। ਵਾਹਿਗੁਰੂ ਪਰਮਾਤਮਾ ਇਹ ਸਾਰਾ ਕੁਝ ਕਰ ਰਿਹਾ ਹੈ, ਕੁਦਰਤ ਦੇ ਵਿੱਚ ਵਸ ਰਿਹਾ ਹੈ। ਸੁਣਦੇ ਵੀ ਹਾਂ, ਧਾਰਮਿਕ ਗ੍ਰੰਥਾਂ ਵਿੱਚ ਵੀ ਲਿਖਿਆ ਹੋਇਆ ਹੈ, ਔਰ ਸਾਨੂੰ ਇਹ ਪਤਾ ਵੀ ਹੈ, ਪਰ ਸਾਨੂੰ ਉਹ ਸਵਾਦ ਨਹੀਂ ਆਉਂਦਾ ਜਿਵੇਂ ਵਾਹਿਗੁਰੂ ਵਿੱਚ ਵਰਤ ਰਿਹਾ। ਉਹਦੇ ਵਿੱਚ ਝਲਕਾਰੇ ਸਾਨੂੰ ਨਹੀਂ ਪੈਂਦੇ, ਪਰ ਉਹ ਵਰਤ ਧਾਰਿਆ ਹੈ। ਜਿਵੇਂ ਆਪਾਂ ਨੂੰ ਕੋਈ ਆਵਾਜ਼, ਆਪਾਂ ਜੰਗਲ ਦੇ ਇਲਾਕੇ ਵਿੱਚ ਚਲੇ ਜਾਈਏ, ਦੂਰੋਂ ਪਾਣੀ ਦਾ ਝਰਨਾ ਵਗ ਰਿਹਾ ਹੋਵੇ, ਉਹਦੇ ਹੋਣ ਦਾ ਸਾਨੂੰ ਪਤਾ ਲੱਗ ਜਾਵੇ। ਆਵਾਜ਼ ਆ ਰਹੀ ਹੈ ਪਰ ਅਜੇ ਦੇਖਿਆ ਨਹੀਂ ਹੈ, ਉਹਨੂੰ ਜਾਣ ਲਿਆ ਵੀ ਇੱਥੇ ਪਾਣੀ ਹੈ, ਪਾਣੀ ਦੀ ਆਵਾਜ਼ ਆ ਰਹੀ ਹੈ। ਤੇ ਇਹ ਵੀ ਪਤਾ ਵੀ ਪਾਣੀ ਸਾਡੇ ਜੀਵਨ ਦਾ ਆਧਾਰ ਹੈ। ਇਹ ਪਤਾ ਦੋ ਗੱਲਾਂ ਹੋ ਗਈਆਂ ਨਾ, ਇੱਕ ਤੇ ਪਤਾ ਲੱਗ ਗਿਆ ਵੀ ਪਾਣੀ ਵਗ ਰਿਹਾ ਹੈ, ਝਰਨਾ ਆਵਾਜ਼ ਆ ਰਹੀ ਕਲ ਕਲ ਦੀ, ਤੇ ਦੂਸਰਾ ਪਾਣੀ ਸਾਡੇ ਜੀਵਨ ਦਾ ਆਧਾਰ ਹੈ। ਤੀਸਰਾ ਕੋਲ ਜਾ ਕੇ ਉਸ ਪਾਣੀ ਨੂੰ ਵੇਖ ਲਿਆ, ਦਿਸੈ ਦੇਖ ਲਿਆ, ਜਾਣੀਐ ਜਾਣ ਲਿਆ ਵੀ ਇਹ ਪਾਣੀ ਹੈ। ਦਿਸੈ ਸੁਣੀਐ, ਔਰ ਇਹ ਵੀ ਸੁਣਿਆ ਵੀ ਇਹ ਪਾਣੀ ਸਾਰੇ ਜੀਵਾਂ ਦੇ ਜੀਵਨ ਦਾ ਆਧਾਰ ਹੈ। ਸਵਾਉ ਨਾ ਪਾਇਆ ਜਾਏ, ਪਰ ਇਹਦਾ ਸਾਨੂੰ ਸਵਾਦ ਨਹੀਂ ਆਇਆ। ਕਿਉਂ ਨਹੀਂ ਆਇਆ? ਕਿਉਂਕਿ ਪਾਣੀ ਪੀਤਾ ਨਹੀਂ ਹੈ। ਪੀਵਾਂਗੇ ਫਿਰ ਹੀ ਪਤਾ ਲੱਗੇਗਾ ਨਾ ਪਾਣੀ ਕਿਸ ਤਰ੍ਹਾਂ ਦਾ ਹੈ। ਇਸੇ ਤਰ੍ਹਾਂ ਵਾਹਿਗੁਰੂ ਪਰਮਾਤਮਾ ਇਹ ਸਾਰਾ ਕੁਝ ਬ੍ਰਹਿਮੰਡ ਉਸ ਦਾ ਬਣਾਇਆ ਹੋਇਆ ਹੈ, ਔਰ ਉਹ ਇਹ ਕੁਦਰਤ ਦੇ ਵਿੱਚ ਵਸਿਆ ਹੋਇਆ ਹੈ। ਦਿਸੈ ਸੁਣੀਐ, ਸੁਣਦੇ ਹਾਂ, ਜਾਣੀਐ, ਔਰ ਸਾਨੂੰ ਇਹ ਗਿਆਨ ਵੀ ਹੈ ਕਿ ਵਾਹਿਗੁਰੂ ਤੋਂ ਬਿਨਾਂ ਮਨੁੱਖ ਚੱਲ ਨਹੀਂ ਸਕਦਾ ਵਾ। ਸੰਸਾਰ ਦੀ ਕੋਈ ਵੀ ਵਸਤੂ ਵਾਹਿਗੁਰੂ ਤੋਂ ਬਿਨਾਂ ਕੰਮ ਨਹੀਂ ਕਰ ਸਕਦੀ, ਉਹਦੀ ਜੋਤ ਤੋਂ ਬਿਨਾਂ। ਪਰ ਸਾਨੂੰ ਉਹ ਸਵਾਦ ਨਹੀਂ ਆਇਆ ਕਿਉਂਕਿ ਅਸੀਂ ਉਸ ਨਾਮ ਜਲ ਨੂੰ ਛਕਿਆ ਨਹੀਂ ਹੈ। ਕਾਰਨ, ਹੁਣ ਕਾਰਨ ਦੱਸਦੇ ਨੇ। ਪਾਣੀ ਦਾ ਝਰਨਾ ਵਗ ਰਿਹਾ ਹੈ, ਆਪਾਂ ਪਾਣੀ ਦੇ ਝਰਨੇ ਦੇ ਕੋਲ ਜਾ ਕੇ ਖਲੋ ਜਾਈਏ ਆਕੜ ਕੇ, ਤੇ ਪਾਣੀ ਦੇ ਝਰਨੇ 'ਚੋਂ ਪਾਣੀ ਉਛਲ ਕੇ ਸਾਡੇ ਮੂੰਹ ਵਿੱਚ ਨਹੀਂ ਪੈ ਜਾਣਾ। ਸਾਨੂੰ ਝੁਕਣਾ ਪਵੇਗਾ। ਝੁਕ ਗਏ, ਉਹਦੇ ਕਿਨਾਰੇ ਬੈਠ ਗਏ, ਫਿਰ ਵੀ ਗੱਲ ਨਹੀਂ ਬਣੀ। ਫਿਰ ਸਾਨੂੰ ਦੋਵੇਂ ਹੱਥਾਂ ਨੂੰ ਬੁੱਕ ਜੋੜਨਾ ਪਵੇਗਾ। ਬੁੱਕ ਜੋੜ ਕੇ ਫਿਰ ਉਹ ਪਾਣੀ ਭਰਾਂਗੇ ਤੇ ਪੀਵਾਂਗੇ। ਕੋਲ ਬੈਠ ਕੇ ਵੀ ਪਿਆਸ ਨਹੀਂ ਬੁਝੇਗੀ ਜਦੋਂ ਤੱਕ ਉਸ ਪਾਣੀ ਨੂੰ ਪੀਂਦੇ ਨਹੀਂ ਹਾਂ। ਕੋਲ ਬੈਠੇ ਰਹੋ, ਭਾਵੇਂ ਸਾਰੀ ਉਮਰ ਨਹੀਂ ਪਿਆਸ ਬੁਝੇਗੀ। ਇਸੇ ਤਰ੍ਹਾਂ ਗੁਰਮੁਖੋ, ਭਾਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੋਲ ਆ ਕੇ ਬੈਠੇ ਰਹੀਏ, ਪਰ ਜਦੋਂ ਤੱਕ ਬਾਣੀ ਨੂੰ ਪੀਂਦੇ ਨਹੀਂ ਹੈ, ਸਤਿਗੁਰੂ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਜਦੋਂ ਆਪਾਂ, ਪਹਿਲੀ ਗੱਲ ਤੇ ਉਹ ਲੋਕ ਵੀ ਹਨ ਜਿਹੜੇ ਆਕੜੇ ਰਹਿੰਦੇ ਨੇ, ਕਹਿੰਦੇ ਕੀ ਲੋੜ ਹੈ ਬਾਣੀ ਪੜ੍ਹਨ ਦੀ। ਕੁਝ ਉਹ ਲੋਕ ਜਿਨ੍ਹਾਂ ਵਿੱਚ ਨਿਮਰਤਾ ਆ ਗਈ, ਬੈਠ ਗਏ, ਪਰ ਅੱਗੇ ਵੀ ਬਾਣੀ ਨੂੰ ਕਮਾ ਨਹੀਂ ਰਹੇ। ਦਿਸੈ ਸੁਣੀਐ ਜਾਣੀਐ ਸੁਆਉ ਨਾ ਪਾਇਆ ਜਾਏ। ਸਵਾਦ ਨਹੀਂ ਉਹ ਆ ਰਿਹਾ। ਬਾਣੀ ਦੇ ਦਰਸ਼ਨ ਵੀ ਕਰਦੇ ਹਾਂ, ਬਾਣੀ ਦੀ ਮਹਿਮਾ ਵੀ ਸੁਣਦੇ ਹਾਂ, ਔਰ ਜਾਣਦੇ ਵੀ ਹਾਂ ਕਿ ਬਾਣੀ ਵਿੱਚ ਬਹੁਤ ਵੱਡੀ ਪਾਵਰ ਹੈ, ਪਰ ਸਾਨੂੰ ਉਹ ਕਿਉਂ ਨਹੀਂ ਰਸ ਆ ਰਿਹਾ? ਕਿਉਂਕਿ ਸਾਡੇ ਵਿੱਚ ਤਿੰਨ ਔਗਣ ਦੱਸੇ ਨੇ। ਮਹਾਰਾਜ ਗੁਰੂ ਅੰਗਦ ਦੇਵ ਜੀ ਕਹਿੰਦੇ ਤਿੰਨ ਔਗਣ ਹੋਣ ਮਨੁੱਖ ਪਾਣੀ ਦੇ ਝਰਨੇ ਕੋਲ ਪਹੁੰਚ ਕੇ ਵੀ ਪਾਣੀ ਨਹੀਂ ਪੀ ਸਕੇਗਾ। ਰੂਲਾ ਟੁੰਡਾ ਅੰਧਲਾ ਕਿਉਂ ਗਲ ਲੱਗੈ ਧਾਏ। ਲੂਲਾ ਹੋਵੇ ਉਹਦਾ ਤਾਂ ਪਹੁੰਚਣਾ ਹੀ ਔਖਾ ਹੈ, ਦੋਵੇਂ ਲੱਤਾਂ ਹੀ ਨਹੀਂ ਹਨ। ਟੁੰਡਾ ਦੋਵੇਂ ਹੱਥ ਹੀ ਨਹੀਂ ਹਨ, ਔਰ ਨਿਗਾਹ ਵੀ ਨਹੀਂ ਹੈ, ਅੱਖਾਂ ਵੀ ਨਹੀਂ ਹਨ। ਰੂਲਾ ਟੁੰਡਾ ਅੰਧਲਾ, ਅੰਨਾ ਵੀ ਹੈ। ਤਿੰਨ ਔਗਣ ਆ ਗਏ, ਦੱਸੋ ਕਿਵੇਂ ਜਾਵੇਗਾ ਉੱਥੇ? ਬੜੀ ਔਖੀ ਗੱਲ ਹੈ। ਜਿਵੇਂ ਮਨੁੱਖ ਵਿੱਚ ਤਿੰਨ ਔਗਣ ਹੋਣ, ਸਾਡੀ ਬੋਡੀ ਦੇ ਵਿੱਚ ਸਾਡੇ ਪੈਰ ਨਾ ਹੋਣ, ਸਾਡੀਆਂ ਬਾਹਾਂ ਨਾ ਹੋਣ, ਅੱਖਾਂ ਨਾ ਹੋਣ,
ਅਸੀਂ ਕਿਸੇ ਮਿੱਤਰ ਪਿਆਰੇ ਨੂੰ ਗੱਲ ਨਹੀਂ ਲਾ ਸਕਦੇ, ਕਿਸੇ ਦੇ ਗੱਲ ਲੱਗ ਨਹੀਂ ਸਕਦੇ। ਇਸੇ ਤਰ੍ਹਾਂ ਜਦੋਂ ਮਨੁੱਖ ਵਿੱਚ ਅਧਿਆਤਮਕ ਤੌਰ 'ਤੇ 3 ਔਗਣ ਹੋਣ, ਉਹ ਰੱਬ ਨੂੰ ਨਹੀਂ ਮਿਲ ਸਕਦਾ, ਰੱਬ ਦੀ ਗਲਵਕੜੀ ਦਾ ਆਨੰਦ ਨਹੀਂ ਲੈ ਸਕਦਾ। ਮਨੁੱਖ ਲੂਲਾ ਹੈ, ਇਹਦੇ ਦੋਵੇਂ ਪੈਰ ਨਹੀਂ ਹਨ। ਉਹ ਪੈਰ ਕਿਹੜੇ ਨੇ? ਰੱਬ ਦੇ ਭੈ ਨੂੰ ਨਹੀਂ ਮੰਨਦਾ, ਇਹ ਰੱਬ ਦੇ ਭੈ ਵਿੱਚ ਨਹੀਂ ਆਉਂਦਾ। ਹੰਕਾਰ ਨਾਲ ਭਰਿਆ ਹੋਇਆ, ਮੈਂ ਇਹ ਕਰ ਦਾਂਗਾ, ਮੈਂ ਉਹ ਕਰ ਦਾਂਗਾ, ਮੇਰੇ ਵਿੱਚ ਬੜੀ ਪਾਵਰ ਹੈ। ਮਹਾਰਾਜ ਕਹਿੰਦੇ ਜੇ ਤੂੰ ਰੱਬ ਨੂੰ ਮਿਲਣਾ ਹੈ ਤੇ ਇਹ 3 ਚੀਜ਼ਾਂ ਕਰ ਲੈ। ਭੈ ਕੇ ਚਰਨ, ਕਰ ਭਾਵ ਕੇ। ਬਾਹਾਂ ਕਿਹੜੀਆਂ ਨੇ? ਪ੍ਰੇਮ ਦੀਆਂ। ਉਹਦੇ ਭੈ ਵਿੱਚ ਚੱਲ ਤੇ ਪ੍ਰੇਮ ਕਰ, ਪ੍ਰੇਮ ਨਾਲ ਬਾਣੀ ਪੜ੍ਹ। ਭੈ ਕੇ ਚਰਨ, ਕਰ ਭਾਵ ਕੇ। ਲੋਇਨ ਸੁਰਤ ਕਰੇ, ਸੁਰਤ ਧਿਆਨ ਜਿਹੜੀ ਆਪਣੀ ਸਮਝਣ ਸ਼ਕਤੀ ਹੈ, ਆਪਾਂ ਇਹਨੂੰ ਹੋਰ ਪਾਸੇ ਲਾਇਆ ਹੈ। ਇਹਨੂੰ ਗੁਰਬਾਣੀ ਸਮਝਣ ਵਿੱਚ ਲਾਈਏ। ਆਪਾਂ ਨੂੰ ਜਪਜੀ ਸਾਹਿਬ ਪੜ੍ਹਦੇ ਹਾਂ ਕਿੰਨਾ ਸਮਾਂ ਹੋ ਗਿਆ ਹੈ। ਕੋਈ ਆਪਾਂ ਨੂੰ ਅਨਮਤ ਦਾ ਬੰਦਾ ਜਪਜੀ ਸਾਹਿਬ ਦੇ ਵਿੱਚੋਂ ਕੋਈ ਸਵਾਲ ਕਰ ਦੇਵੇ, ਆਪਾਂ ਜਵਾਬ ਨਹੀਂ ਦੇ ਸਕਾਂਗੇ। ਬਾਣੀ ਪੜ੍ਹੀ ਜ਼ਰੂਰ ਹੈ, ਪਰ ਸਾਨੂੰ ਉਹਦੀ ਕੋਈ ਸਮਝ ਨਹੀਂ ਹੈ ਕੀ ਆਖਿਆ ਜਾ ਰਿਹਾ ਹੈ। ਜਪਜੀ ਸਾਹਿਬ ਦੇ ਵਿੱਚ ਹਰ ਇੱਕ ਪੌੜੀ ਵਿੱਚ ਕੀ ਆਖਿਆ ਜਾ ਰਿਹਾ ਹੈ, ਸਮਝਣ ਦਾ ਯਤਨ ਹੀ ਨਹੀਂ ਕੀਤਾ। ਰਹਿਰਾਸ ਸਾਹਿਬ ਹੈ, ਸੋਲ੍ਹਾ ਸਾਹਿਬ, ਜਿਹੜੀਆਂ ਪ੍ਰਮੁੱਖ ਨੇਤੇ ਦੀਆਂ ਸਾਰੀਆਂ ਬਾਣੀਆਂ ਨੇ। ਕੋਈ ਸਵਾਲ ਕਰ ਦੇਵੇ, ਇਹ ਬਾਣੀ ਕਿੱਥੇ ਉਚਾਰਨ ਕੀਤੀ? ਜਾਪ ਸਾਹਿਬ ਦੀ ਬਾਣੀ ਮਹਾਰਾਜ ਨੇ ਕਿੱਥੇ ਉਚਾਰਨ ਕੀਤੀ ਹੈ? ਸਵਈਏ ਕਿੱਥੇ ਉਚਾਰਨ ਕੀਤੇ ਨੇ? ਚੌਪਈ ਸਾਹਿਬ ਕਿੱਥੇ ਉਚਾਰਨ ਕੀਤੀ ਹੈ? ਸਾਨੂੰ ਕੋਈ ਗੁਰਬਾਣੀ ਬਾਰੇ ਸਵਾਲ ਕਰ ਰਹੇ ਹੋਣੇ। ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਮਨਾਇਆ ਹੈ। ਤੁਸੀਂ ਆਪਣੇ ਇਲਾਕੇ ਵਿੱਚੋਂ ਸਾਰੇ ਪਾਠੀ ਇਕੱਠੇ ਕਰ ਲਓ ਜੀ। 31 ਰਾਗਾਂ ਵਿੱਚ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ, ਅਤੇ ਉਹਨਾਂ ਨੂੰ ਕਹਿ ਦਿਓ ਜੇ ਸਾਨੂੰ 31 ਰਾਗ ਲੜੀਵਾਰ ਸੁਣਾ ਦਿਓ, ਰਾਗਾਂ ਦੇ ਨਾਮ ਹੀ ਦੱਸ ਦਿਓ। ਪਾਠੀ ਤਾਂ ਬਣ ਗਏ, ਕੋਈ ਪਤਾ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਤਰਤੀਬ ਦਾ। ਬਾਣੀ ਵੇਖੋ ਮਹਾਰਾਜ ਨੇ ਬੜੀ ਤਕਨੀਕ ਨਾਲ ਉਚਾਰਨ ਕੀਤੀ ਹੈ। ਪਹਿਲਾਂ ਸ਼ਬਦ ਨੇ, ਫਿਰ ਅੱਗੇ ਸ਼ੰਤ ਨੇ, ਅਸ਼ਟਪਦੀਆਂ ਨੇ, ਫਿਰ ਵਾਰਾਂ ਨੇ, ਫਿਰ ਭਗਤਾਂ ਦੀ ਬਾਣੀ ਹੈ। ਬੜੀ ਤਰਤੀਬ ਨਾਲ ਹਰ ਇੱਕ ਚੀਜ਼, ਬੜੀ ਡੂੰਘਾ ਇਹਦਾ ਮਹਾਰਾਜ ਦਾ ਜਿਹੜਾ ਇਹ ਕਮ ਸੇ ਕਮ ਬਾਹਰਲਾ ਜਿਹੜਾ ਆਕਾਰ ਹੈ ਬਾਣੀ ਦੇ ਅੰਦਰ ਤੇ ਨਹੀਂ ਆਪਾਂ ਜਾ ਸਕੇ। ਆਪਾਂ ਨੂੰ ਤਾਂ ਗੁਰੂ ਗ੍ਰੰਥ ਸਾਹਿਬ ਦੀ ਪੂਰੀ ਤਰਤੀਬ ਦਾ ਵੀ ਨਹੀਂ ਪਤਾ ਹੈ। 31 ਰਾਗ ਕਿਹੜੇ ਕਿਹੜੇ ਨੇ ਨਾ ਪਾਠੀਆਂ ਨੂੰ ਪਤਾ ਹੈ ਮੇਰੇ ਵਰਗਿਆਂ ਨੂੰ, ਅਤੇ ਨਾ ਸੰਗਤਾਂ ਨੂੰ ਪੁੱਛ ਕੇ ਵੇਖ ਲਓ ਕਿਸੇ ਨੂੰ। ਹਾਂ ਆਪਾਂ ਗੁਰੂ ਦੇ ਸਿੱਖ, ਗੁਰੂ ਗ੍ਰੰਥ ਸਾਹਿਬ ਦੇ ਸਿੱਖ ਆ ਨਾ ਸਾਰੇ, ਪਾਠ ਵੀ ਕਰਦੇ ਆ ਆਪਦੇ ਵਿੱਚੋਂ ਬਹੁਤ ਸਾਰੇ। ਅਤੇ ਕੋਈ ਤੁਹਾਨੂੰ ਪੁੱਛ ਲਵੇ ਵੀ 31 ਰਾਗ ਤੁਸੀਂ ਲੜੀਵਾਰ ਦੱਸ ਦਿਓ ਗੁਰੂ ਗ੍ਰੰਥ ਸਾਹਿਬ ਦੇ, ਕੀ ਆਪਾਂ ਦੱਸ ਸਕਦੇ ਹਾਂ? ਜੇ ਕੋਈ ਆਪਾਂ ਨੂੰ ਸਵਾਲ ਕਰ ਦੇਵੇ, ਆਪਣੇ ਬੱਚੇ ਦਾ ਆਪਾਂ ਨੂੰ ਸਾਰਾ ਕੁਝ ਪਤਾ ਹੁੰਦਾ ਹੈ, ਮਾਂ ਦਾ, ਪਿਤਾ ਦਾ, ਸਾਰੀ ਉਹਨਾਂ ਦੀ ਪ੍ਰੋਪਰਟੀ ਦਾ ਪਤਾ ਹੁੰਦਾ ਹੈ ਨਾ, ਵੀ ਇੰਨੀ ਪ੍ਰੋਪਰਟੀ, ਇੰਨੀ ਜ਼ਮੀਨ ਜਾਇਦਾਦ ਹੈ, ਇਕੱਲੇ ਇਕੱਲੇ ਇੰਚ ਦਾ ਪਤਾ ਹੁੰਦਾ ਹੈ। ਕੋਈ ਗੁਆਂਢੀ ਤੁਹਾਡੇ ਪਲਾਟ 'ਤੇ ਆ ਕੇ ਥੋੜ੍ਹੀ ਜਿਹੀ ਇੱਟ ਇੱਧਰ ਨੂੰ ਕਰ ਲਵੇ, ਤੁਸੀਂ ਡਾਂਗ ਚੁੱਕ ਲਓਗੇ। ਕਿਉਂ? ਵੀ 1 ਇੰਚ ਸਾਡੇ ਪਲਾਟ ਦੀ ਜਗ੍ਹਾ ਲੈ ਰਿਹਾ, ਸਾਡਾ ਬਾਪੂ ਦੱਸ ਗਿਆ ਵੀ ਇੰਨੀ ਜਗ੍ਹਾ ਸਾਡੀ ਇੱਧਰ ਹੈ। ਇੱਥੇ ਕੋਈ ਪੁੱਛ ਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਰਤੀਬ, ਸਾਨੂੰ ਪੁੱਛ ਲੇ ਕਿੰਨੀਆਂ ਬਾਣੀਆਂ ਨੇ ਇਹਦੇ ਵਿੱਚ, ਵਾਰਾਂ ਕਿੰਨੀਆਂ ਨੇ, ਆਪਾਂ ਕੀ ਦੱਸਾਂਗੇ? ਪਰ ਹਾਂ ਆਪਾਂ ਗੁਰੂ ਦੇ ਸਿੱਖ, ਪ੍ਰੇਮ ਨਹੀਂ ਨਾ ਹੈ ਸੱਚ, ਆਪਣਾ ਸਮਝ ਆਪਾਂ ਹੋਰ ਪਾਸੇ 'ਤੇ ਲਾ ਛੱਡੀ ਹੈ। ਗੁਰਦੁਆਰੇ ਦੇ ਆਪਾਂ ਨੂੰ ਗੋਲਕ ਦਾ ਪਤਾ ਕਿੰਨੀ ਹੁੰਦੀ ਹੈ, ਪਰ ਬਾਣੀ ਕਿੰਨੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਨਹੀਂ ਪਤਾ ਹੈ। ਗੁਰਦੁਆਰੇ ਭਾਂਡੇ ਕਿੰਨੇ ਨੇ, ਸਮਾਨ ਕੀ ਕੁਝ ਪਿਆ ਹੈ, ਸਾਰੀ ਆਪਾਂ ਨੂੰ ਪਤਾ ਸਮਝ ਹੈ ਵੀ ਕੀ ਕੁਝ ਹੈ। ਵੋਟਾਂ ਕਿੰਨੀਆਂ ਨੇ ਸਾਡੀ ਕਲੋਨੀ ਦੀਆਂ, ਕਿੰਨੀ ਸਮਝ, ਆਪ ਕਿੰਨਾ ਕੁਝ ਯਾਦ ਕੀ ਕਰੀ ਬੈਠੇ ਹਾਂ। ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ ਪੁੱਛਲੇ ਦੀਆਂ ਪੌੜੀਆਂ ਕਿੰਨੀਆਂ ਨੇ, ਜਪਜੀ ਸਾਹਿਬ ਦੀਆਂ, ਆਨੰਦ ਸਾਹਿਬ ਦੀਆਂ, ਭਾਈ ਗੁਰਦਾਸ ਜੀ ਦੀਆਂ ਵਾਰਾਂ ਕਿੰਨੀਆਂ ਨੇ, ਕੋਈ ਪਤਾ ਨਹੀਂ ਹੈ।
ਤੋ ਨਾ ਤਾਂ ਸਾਡੇ ਕੋਲ, ਨਾ ਅਸੀਂ ਗੁਰੂ ਦਾ ਡਰ ਮੰਨਦੇ ਹਾਂ, ਨਾ ਸਾਡੇ ਕੋਲ ਪਿਆਰ ਹੈ, ਅਤੇ ਨਾ ਹੀ ਸਾਡੀ ਸਮਝ ਬਾਣੀ ਵਾਲੇ ਪਾਸੇ ਹੈ। ਆਪਾਂ ਰੌਲਾ ਪਾਉਂਦੇ ਹਾਂ ਨਾ, ਇਹ ਜਿਹੜਾ ਹੁਣ ਡੇਰਿਆਂ ਦਾ ਰੌਲਾ ਪਿਆ, ਜਿਵੇਂ ਹੁਣ ਮੁਰਾਦ ਸ਼ਾਹ ਦੇ ਡੇਰੇ ਦਾ ਰੌਲਾ ਪਿਆ ਹੈ, ਇਹਦੇ ਕਸੂਰਵਾਰ ਆਪਾਂ ਹਾਂ, ਕਿਉਂਕਿ ਸਾਡੇ ਗੁਰਦੁਆਰਿਆਂ ਦਾ ਪ੍ਰਬੰਧ ਐਸਾ, ਸਾਡੇ ਕੋਲ ਲਾਇਕ ਗ੍ਰੰਥੀ ਨਹੀਂ ਹਨ ਜਿਹੜੇ ਸਾਨੂੰ ਗੁਰੂ ਗ੍ਰੰਥ ਸਾਹਿਬ ਬਾਰੇ ਜਾਣਕਾਰੀ ਦੇਣ। ਤੁਹਾਡੀ ਕੋਈ ਲੋੜ ਹੈ, ਉਹ ਪੂਰੀ ਨਹੀਂ ਹੋਈ, ਅਤੇ ਕੁਦਰਤੀ ਗੱਲ ਹੈ ਤੁਹਾਡੇ ਘਰ ਵਿੱਚ ਆਟਾ ਹੀ ਮੁੱਕ ਜਾਵੇ, ਤੁਸੀਂ ਗੁਆਂਢੀਆਂ ਵੱਲੋਂ ਮੰਗੋਗੇ ਜਾ ਕੇ ਵੀ ਸਾਡੇ ਘਰ ਆਟਾ ਮੁੱਕਾ ਹੈ, ਸੇਰ ਆਟਾ ਦਿਓ, 2 ਸਿਰ ਦਿਓ, ਹੋਰ ਕੋਈ ਹੱਲ ਨਹੀਂ। ਜੀਵਨ ਤਾਂ ਜੀਵਣਾ ਹੈ। ਜਦੋਂ ਗੁਰੂ ਘਰ ਵਿੱਚੋਂ ਇਹ ਖੁਰਾਕ ਸਾਨੂੰ ਨਹੀਂ ਮਿਲੀ ਰੂਹਾਨੀਅਤ ਦੀ, ਅਤੇ ਲੋਕ ਅਨਮਤੀਆਂ ਦੇ ਡੇਰਿਆਂ 'ਤੇ ਜਾਣ ਲੱਗ ਪਏ। ਕਸੂਰਵਾਰ ਫਿਰ ਕੌਣ ਹੈ? ਉਹ ਜਿਹੜਾ ਘਰ ਦਾ ਪ੍ਰਬੰਧ ਚਲਾਉਣ ਵਾਲਾ ਸੀ, ਉਹਨੇ ਘਰ ਲਿਆਂਦਾ ਨਹੀਂ, ਅਤੇ ਫਿਰ ਕਿਤੇ ਤਾਂ ਮੰਗਣ ਜਾਣਾ ਹੀ ਸੀ। ਤੋ ਇਹ ਸਾਡਾ ਦੋਸ਼ ਹੈ, ਪ੍ਰਬੰਧਕਾਂ ਦਾ ਵੀ ਦੋਸ਼ ਹੈ। ਫਿਰ ਅਸੀਂ ਜਿਹੜੇ ਗ੍ਰੰਥੀ ਸਿੰਘ, ਅਸੀਂ ਵੀ ਇਸ ਉਹ ਫਾਰਮੈਲਿਟੀ ਤੱਕ ਰਹਿ ਗਏ ਵੀ ਚੱਲ ਮੈਂ ਤਾਂ ਇੰਨੀ ਡਿਊਟੀ ਕਰਨੀ ਹੈ, ਮੈਨੂੰ ਕੀ ਲੋੜ ਪਈ ਗ੍ਰੰਥ ਪੜ੍ਹਨ ਦੀ, ਕਿਉਂਕਿ ਇਹਦੇ ਵਾਸਤੇ ਸਮਾਂ ਲੱਗਦਾ ਹੈ, ਇਹਦੇ ਵਾਸਤੇ ਪ੍ਰੇਮ ਵੀ ਚਾਹੀਦਾ। ਪ੍ਰੇਮ ਤੋਂ ਬਿਨਾਂ ਕਿੱਥੇ ਖੇਡ ਬਣੇ। ਪੜ੍ਹਨਾ ਹੈ, ਸਮਾਂ ਕੱਢ ਕੇ ਆਪਾਂ TV ਵੇਖ ਲਾਂਗੇ, ਹੋਰ ਕੰਮ ਕਰ ਲਾਂਗੇ, ਪਰ ਸਾਡੇ ਕੋਲ ਇਤਿਹਾਸ ਪੜ੍ਹਨ ਦਾ ਟਾਈਮ ਨਹੀਂ ਹੈ। ਸੋ ਇਸ ਕਰਕੇ ਇਹ ਅਨਮਤੀਆਂ ਦੀਆਂ, ਦੇਖੋ ਜ਼ਿਮੀਂਦਾਰ 4 ਦਿਨ ਖੇਤ ਵਿੱਚ ਗੇੜਾ ਨਾ ਮਾਰੇ ਅਤੇ ਪਸ਼ੂ ਅਵਾਰਾ ਪੈ ਜਾਂਦੇ ਨੇ, ਖੇਤ ਉਜਾੜ ਜਾਂਦੇ ਨੇ, ਘਾਹ ਜੰਮ ਜਾਂਦਾ ਹੈ ਵੱਟਾਂ 'ਤੇ, ਨਾ ਗੇੜਾ ਮਾਰੇ ਮਹੀਨਾ 2 ਮਹੀਨਾ, ਫਸਲ ਵਿੱਚ ਕਬਾੜ ਉੱਪਰ ਦੀ ਹੋ ਜਾਂਦਾ ਹੈ। ਗੇੜਾ ਮਾਰਨਾ ਪੈਂਦਾ ਹੈ, ਅਤੇ ਗੇੜਾ ਕੌਣ ਮਾਰਦਾ? ਜ਼ਿੰਮੇਵਾਰ ਪ੍ਰਬੰਧ। ਇਹ ਸਾਨੂੰ ਸੋਚਣਾ ਪਵੇਗਾ, ਵਿਚਾਰਨਾ ਪਵੇਗਾ। ਸੰਗਤ ਨੂੰ ਵੀ ਆਪਾਂ ਜੇ ਧਿਆਨ ਨਹੀਂ ਰੱਖਦੇ ਵੀ ਸਾਡੇ ਗੁਰਦੁਆਰੇ ਕੀ ਹੋ ਰਿਹਾ ਹੈ, ਦੱਸਣਾ ਚਾਹੀਦਾ ਹੈ ਵੀ ਇੱਥੇ ਇਹ ਕਮੀ ਹੈ, ਆਪਾਂ ਨੂੰ ਇਹ ਚੀਜ਼ ਚਾਹੀਦੀ ਹੈ, ਫਿਰ ਉਹਦੀ ਕਦਰ ਕਰਨੀ ਚਾਹੀਦੀ ਹੈ। ਹੁਣ ਗੁਰਬਾਣੀ ਦੀ ਲੜੀਵਾਰ ਕਥਾ ਇਹ ਕੋਈ ਮੂਲੀ ਗੱਲ ਨਹੀਂ ਹੈ, ਪਰ ਆਪਣੀ ਕਿੰਨੀ ਕੁ ਸੰਗਤ ਸੁਣਨ ਵਾਸਤੇ ਆਉਂਦੀ ਹੈ। ਫਿਰ ਇਹ ਵੀ ਵੇਖੋ, ਗੁਰੂ ਮਹਾਰਾਜ ਜੀ ਦੀ ਕਿਰਪਾ ਹੈ ਕਿ ਦਾਸ ਦਾ ਯਤਨ ਹੁੰਦਾ ਵੀ ਐਵੇਂ ਆਪਾਂ ਗੱਪਿਆਂ ਜਿਹੀਆਂ ਨਹੀਂ ਮਾਰੀ ਜਾਣੀਆਂ, ਮਨ ਘੜਤ ਗੱਲਾਂ ਨਹੀਂ ਸੁਣਾਉਣੀਆਂ, ਕੋਈ ਗੁਰਮਤ ਦੀ ਨਿਰੋਲ ਗੱਲ, ਸ਼ਬਦ ਦਾ ਡੂੰਘਾ ਭਾਵ ਗੁਰਮਤ ਦੇ ਅਨੁਸਾਰ। ਬਾਕੀ ਤਾਂ ਗੁਰੂ ਮਹਾਰਾਜ ਉਹ ਆਪ ਹੀ ਜਾਣਦੇ ਨੇ, ਪਰ ਦਾਸ ਵੱਲੋਂ ਇਹ ਯਤਨ ਹੁੰਦਾ ਵੀ ਆਪਾਂ ਐਵੇਂ ਗੱਪਾਂ ਮਾਰ ਕੇ ਟਾਈਮ ਨਹੀਂ ਪਾਸ ਕਰਨਾ, ਜਾਂ ਐਵੇਂ ਹੋਰ ਹੀ ਗੱਲਾਂ। ਆਪਾਂ ਨਿਰੋਲ ਗੁਰਬਾਣੀ ਦੀ, ਗੁਰੂ ਦੇ ਸ਼ਬਦ ਦੀ ਗੱਲ ਕਰੀਏ। ਜੇਕਰ ਆਪਾਂ ਆਪਣੀ ਡਿਊਟੀ ਪਛਾਣ ਲਈ ਤੇ ਇਹ ਅਨਮਤੀ ਆਪੇ ਖਤਮ ਹੋ ਜਾਣਗੇ। ਦੇਖੋ, ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਕੋਈ ਡੇਰੇ ਘੱਟ ਨਹੀਂ ਸਨ, 10 ਗੁਰੂਆਂ ਦੇ ਸਮੇਂ ਕੋਈ ਡੇਰੇ ਘੱਟ ਨਹੀਂ ਸੀ, ਬੜੇ ਬੜੇ ਪਖੰਡੀ ਸੀ, ਪਰ ਗੁਰਮਤਿ ਦੀ ਰੋਸ਼ਨੀ ਐਸੀ, ਕਿਉਂਕਿ ਜਦੋਂ ਸਿੱਖ ਐਸੇ ਪ੍ਰੇਮ ਵਾਲੇ, ਬਾਣੀ ਪੜ੍ਹਨ ਵਾਲੇ, ਹੋਰ ਡੇਰਾਵਾਦ ਛੱਡ ਕੇ, ਜਿਨ੍ਹਾਂ ਦਾ ਬੜਾ ਬੜਾ ਨਾਂ ਸੀ, ਉਹ ਛੱਡ ਕੇ ਇਸ ਪਾਸੇ ਆ ਗਏ। ਭਾਈ ਪਾਰੋ ਜੀ, ਭਾਈ ਸਾਲੋ ਜੀ, ਹੋਰ ਇੱਕ ਅੱਲਾ ਯਾਰ ਖਾਂ ਸੀ ਮੁਸਲਮਾਨ, ਉਹ ਭਾਈ ਪਾਰੋ ਦਾ ਜੀਵਨ ਵੇਖ ਕੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨ ਲੱਗਾ। ਕਿਸ ਦਿਨ ਸਮਾਂ ਬਣਿਆ ਉਹਦਾ ਤੁਹਾਨੂੰ ਸਾਖੀ ਇਤਿਹਾਸ ਸੁਣਾਵਾਂਗੇ। ਉਹ ਜਿਹੜੀਆਂ 22 ਮੰਜੀਆਂ ਥਾਪੀਆਂ ਸੀ, ਉਹਨਾਂ ਵਿੱਚੋਂ ਇੱਕ ਮੰਜੀ ਭਾਈ ਅੱਲਾ ਯਾਰ ਖਾਂ ਨੂੰ ਦਿੱਤੀ ਸੀ ਮਹਾਰਾਜ ਨੇ। ਸਿੱਖੀ ਦਾ ਪ੍ਰਚਾਰਕ ਬਣ ਗਿਆ ਸੀ ਮੁਸਲਮਾਨ ਵੀਰ। ਹੋਰ ਮਤਾਂ ਨੂੰ, ਅਨਮਤਾਂ ਨੂੰ ਛੱਡ ਕੇ ਸਿੱਖੀ ਵਾਲੇ ਪਾਸੇ ਆ ਗਏ ਸੀ। ਸੋ ਇਹ ਸ਼ਬਦ ਦੀ ਵਿਚਾਰ ਬਾਕੀ ਆਪਾਂ ਕੱਲ੍ਹ ਨੂੰ ਕਰਾਂਗੇ, ਕਿਉਂਕਿ ਸਮੇਂ ਦੀ ਸਮਾਪਤੀ ਹੈ। ਸਾਧ ਸੰਗਤ, ਆਪਣੇ ਫਰਜ਼ ਨੂੰ ਆਪਾਂ ਪਛਾਣੀਏ ਔਰ ਕਦਰ ਕਰੀਏ, ਤਾਂ ਜੋ ਗੁਰਬਾਣੀ ਤੋਂ ਸਾਨੂੰ ਸਹੀ ਲਾਭ ਮਿਲੇ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।